ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਪ੍ਰਭ ਬੁੱਧ ਤੁਛ ਹਮਾਰੀ, ਬਾਰਨ ਸਕੈ ਜੋ ਮਹਿਮਾ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰੇ ਛਤਰ ਤਖਤ ਦੇ ਮਾਲਕ, ਰਹਿਮਤਾਂ ਦੇ ਸਾਗਰ, ਗੱਦੀ ਤੇ ਬਿਰਾਜਮਾਨ ਜਾਗਤੀ ਜੋਤ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ, ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹਾਂ ਅਤੇ ਨਿਤਨੇਮ ਦੇ ਆਪਾਂ ਜਾਪ ਸਰਵਣ ਕੀਤੇ। ਸਤਿਗੁਰਾਂ ਦੀ ਕਿਰਪਾ ਹੋਈ ਜੋ ਹਰ ਰੋਜ਼ ਆਪਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਜੋ ਆਪਾਂ ਸਰਵਣ ਕਰ ਰਹੇ ਹਾਂ। ਇਹ ਸਤਿਗੁਰਾਂ ਦੀ ਬਾਣੀ ਸਾਡੇ ਅੰਦਰ ਦੇ ਕਪਾਟ ਖੋਲ੍ਹਦੀ ਹੈ, ਭਾਵ ਕਿ ਉਹ ਮਾਰਗ ਦੱਸਦੀ ਹੈ ਜਿਹੜੀ ਜੀਵ ਆਤਮਾ ਸਾਡੀ ਜਿਹੜੀ ਪਰਮਾਤਮਾ ਤੋਂ ਵਿਛੜੀ ਹੋਈ ਹੈ। ਪਰਮਾਤਮਾ ਦੇ ਨਾਲ ਇਹ ਜਿਹੜੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਹੈ, ਪਰਮਾਤਮਾ ਦੇ ਨਾਲ ਮੇਲ ਕਰਾਉਂਦੀ ਹੈ। ਪੁਰਾਤਨ ਸਮੇਂ ਵਿੱਚ ਜਦੋਂ ਗੁਰੂ ਕੇ ਸਿੱਖ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਸੀ, ਪੰਜ ਗ੍ਰੰਥੀ ਦਾ ਗੁਰੂ ਕੇ ਸਿੱਖ ਨਿਤਨੇਮ ਕਰਿਆ ਕਰਦੇ ਸਨ। ਜਦੋਂ ਦਸਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਅੰਮ੍ਰਿਤ ਛਕਾਇਆ, ਉਸ ਤੋਂ ਬਾਅਦ ਸਤਿਗੁਰਾਂ ਨੇ ਇਸ ਬਾਣੀ ਦੀ ਮਰਿਆਦਾ ਬੰਨ੍ਹ ਦਿੱਤੀ। ਜੋ ਸਤਿਗੁਰਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਪਹਿਲੀ ਬਾਣੀ ਉਹਨਾਂ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਪੜ੍ਹੀ। ਫਿਰ ਸਤਿਗੁਰਾਂ ਨੇ ਜਾਪ ਸਾਹਿਬ ਦਾ ਜਾਪ ਕੀਤਾ, ਫਿਰ ਸਵਈਏ, ਫਿਰ ਚੌਪਈ ਸਾਹਿਬ, ਫਿਰ ਆਨੰਦ ਸਾਹਿਬ। ਪੁਰਾਤਨ ਇਤਿਹਾਸ ਦੇ ਵਿੱਚ ਇਹ ਵੀ ਮਿਲਦਾ ਹੈ, ਰਤਨ ਸਿੰਘ ਜੀ ਭੰਗੂ ਜਿਨ੍ਹਾਂ ਨੇ ਪ੍ਰਾਚੀਨ ਪੰਥ ਗ੍ਰੰਥ ਲਿਖਿਆ ਹੈ, ਜਿਹੜੇ ਰਤਨ ਸਿੰਘ ਭੰਗੂ ਜੀ ਹੋਏ ਨੇ, ਉਹ ਸੁੱਖਾ ਸਿੰਘ ਜਿਹੜੇ ਸਨ, ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀਗਾ, ਉਹਦੇ ਭਾਵ ਕਿ ਭਾਣਜੇ ਸਨ, ਭਤੀਜੇ ਸਨ, ਉਹਨਾਂ ਦੀ ਰਿਸ਼ਤੇਦਾਰੀ ਸੀ ਖਾਸ, ਜਿਨ੍ਹਾਂ ਨੇ ਉਹ ਗ੍ਰੰਥ ਲਿਖਿਆ ਹੈ। ਉਹਦੇ ਵਿੱਚ ਸਾਰਾ ਹੀ ਸ਼ਹੀਦਾਂ ਦਾ ਇਤਿਹਾਸ ਲਿਖਿਆ ਹੈ, ਕਿਵੇਂ ਕਿਵੇਂ ਸ਼ਹੀਦੀਆਂ ਪਈਆਂ, ਕਿਵੇਂ ਕਿਵੇਂ ਹੋਇਆ, ਉਹ ਸਾਰਾ ਉਹਦੇ ਵਿੱਚ ਲਿਖਿਆ ਹੈ। ਉਹਦੇ ਵਿੱਚ ਉਹ ਲਿਖਦੇ ਨੇ ਦਸਵੇਂ ਪਾਤਸ਼ਾਹ ਜੀ ਬਾਰੇ। ਉਹ ਕਹਿੰਦੇ ਨੇ ਕਿ ਉਹਨਾਂ ਨੇ ਪੰਜ ਬਾਣੀਆਂ ਪੜ੍ਹੀਆਂ, ਉਸ ਤੋਂ ਬਾਅਦ ਹੋਰ ਵੀ ਬਹੁਤ ਬਾਣੀਆਂ ਉਹਨਾਂ ਨੇ ਅੰਮ੍ਰਿਤ ਦੇ ਬਾਟੇ ਤਿਆਰ ਕਰਨ ਲੱਗਿਆਂ ਬਹੁਤ ਬਾਣੀਆਂ ਦਸਮ ਦੀਆਂ ਪੜ੍ਹੀਆਂ। ਚੰਡੀ ਦੀ ਵਾਰ ਪੜ੍ਹੀ, ਚੰਡੀ ਚਰਿੱਤਰ ਦਾ ਜਾਪ ਕੀਤਾ,
ਹੋਰ ਵੀ ਸੁਖਮਨੀ ਸਾਹਿਬ ਦੇ ਜਾਪ ਕੀਤੇ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ ਸਤਿਗੁਰਾਂ ਨੇ, ਬਹੁਤ ਬਾਣੀ ਪੜ੍ਹੀ ਸੀ। ਫਿਰ ਜਾ ਕੇ ਜਿਨ੍ਹਾਂ ਪੰਜਾਂ ਦੇ ਸਿਰ ਲਾਏ ਸਨ ਉਹਨਾਂ ਨੇ ਸਿਰ ਇਸ ਤਰ੍ਹਾਂ ਲਾ ਕੇ ਇੱਕ ਪਾਸੇ ਰੱਖ ਦਿੱਤੇ। ਬਾਟਾ ਤਿਆਰ ਕੀਤਾ। ਤਿਆਰ ਕਰਨ ਤੋਂ ਬਾਅਦ ਉਹਨਾਂ ਨੇ ਸਿਰ ਇੱਕ ਦੂਸਰੇ ਦੇ, ਸਤਿਗੁਰਾਂ ਨੇ ਜਿਹਦਾ ਸਿਰ ਵੱਢਿਆ ਸੀ ਉਸੇ ਦਾ ਸਿਰ ਉਸ ਨੂੰ ਨਹੀਂ ਲਾਇਆ, ਇੱਕ ਦੂਸਰੇ ਨੂੰ ਇੱਧਰ ਉੱਧਰ ਕਰਕੇ ਸਤਿਗੁਰਾਂ ਨੇ ਉਹ ਸਿਰ ਲਾਏ। ਅੰਮ੍ਰਿਤ ਦੇ ਛਿੱਟੇ ਮਾਰੇ ਤੇ ਉਹਨਾਂ ਨੂੰ ਸੁਰਜੀਤ ਕੀਤਾ ਸੀ। ਫਿਰ ਸਤਿਗੁਰਾਂ ਨੇ ਜੋ ਸੁਰਜੀਤ ਕੀਤਾ, ਜਦੋਂ ਉਹ ਸਰੀਰ ਕਰਕੇ ਜਦੋਂ ਉੱਠੇ ਸਾਰੇ ਇੱਕ ਦੂਸਰੇ ਵੱਲ ਵੇਖਦੇ ਨੇ। ਉਹ ਕਹਿੰਦੇ ਤੂੰ ਭਾਵ ਕਿ ਆਪਣਾ ਸਰੀਰ ਨਹੀਂ ਪਹਿਚਾਣ ਸਕੇ, ਇੱਕ ਦੂਸਰੇ ਨੂੰ ਤੂੰ ਕਰਦੇ। ਕਹਿੰਦੇ ਕਿ ਉਹਨਾਂ ਦੇ ਵਿੱਚ ਜਿਹੜੀ ਮੈਂ ਸੀ ਉਹ ਖਤਮ ਹੋ ਗਈ ਸੀ। ਉਹ ਸਤਿਗੁਰਾਂ ਨੂੰ ਪੰਜ ਪਿਆਰੇ ਜਿਹੜੇ ਪ੍ਰਵਾਨ ਹੋ ਗਏ ਸਨ। ਇਸ ਕਰਕੇ ਸਤਿਗੁਰਾਂ ਨੇ ਫਿਰ ਇਹ ਮਰਿਆਦਾ ਬੱਧੀ ਕਿ ਪੰਜ ਗ੍ਰੰਥੀ ਦਾ ਜਿਹੜੇ ਗੁਰਸਿੱਖ ਪੁਰਾਤਨ ਨਿਤਨੇਮ ਕਰਦੇ ਸਨ ਉਹ ਤਾਂ ਨਾਲ ਕਰਦੇ ਹੀ ਸਨ, ਪਰ ਜਿਹੜਾ ਸਤਿਗੁਰਾਂ ਨੇ ਫਿਰ ਮਰਿਆਦਾ ਦੇ ਵਿੱਚ ਹੁਕਮ ਕਰ ਦਿੱਤਾ, ਖਾਲਸਾ ਜੀ ਇਹ ਪੰਜ ਬਾਣੀਆਂ ਦਾ ਨਿਤਨੇਮ ਤੁਸੀਂ ਕਦੇ ਨਹੀਂ ਛੱਡਣਾ। ਸਤਿਗੁਰਾਂ ਨੇ ਤਾਂ ਬਹੁਤ ਬਾਣੀ ਪੜ੍ਹਨ ਨੂੰ ਕਿਹਾ ਹੈ, ਪਰ ਕਹਿੰਦੇ ਸੂਖਮ ਤੋਂ ਸੂਖਮ ਪੰਜ ਬਾਣੀਆਂ, ਰਹਿਰਾ ਸਾਹਿਬ, ਕੀਰਤਨ ਸੋਲਾ, ਇਸ ਨੂੰ ਕਦੇ ਨਹੀਂ ਛੱਡਣਾ। ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਇਹ ਮਨੁੱਖ ਜ਼ਿਆਦਾ ਅਭਿਆਸ ਕਰੇ ਬਾਣੀ ਦਾ ਜਾਂ ਮੂਲ ਮੰਤਰ ਦਾ ਅਭਿਆਸ ਕਰੇ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਭਾਵ ਕਿ ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ, ਐਸੀ ਕਿਰਪਾ ਹੋ ਜਾਂਦੀ। ਪਰ ਅਭਿਆਸ ਮਿਹਨਤ ਕਰਨੀ ਪੈਂਦੀ ਹੈ। ਜੇ ਆਪਾਂ ਕਹੀਏ ਇੱਕ ਦੋ ਪਾਠ ਕਰਕੇ ਅਸੀਂ ਪ੍ਰਾਪਤ ਕਰ ਲਾਂਗੇ, ਇਸ ਤਰ੍ਹਾਂ ਨਹੀਂ, ਮਿਹਨਤ ਕਰਨੀ ਪੈਂਦੀ ਹੈ। ਜਿਤਨੇ ਵੀ ਮਹਾਂਪੁਰਖ ਹੋਏ ਨੇ ਉਹ 100 ਜਪਜੀ ਸਾਹਿਬ ਦਾ ਜਾਪ ਕਰਦੇ ਸਨ। ਭਾਵ ਕਿ ਜਿੰਨੇ ਵੀ ਮੋਨੀ ਜੀ ਮਹਾਂਪੁਰਖ ਹੋਏ ਨੇ, ਜਿਨ੍ਹਾਂ ਨੇ ਹਜ਼ੂਰ ਸਾਹਿਬ ਦੀ ਪਹਿਲਾਂ ਸੇਵਾ ਕਰਦੇ ਰਹੇ ਨੇ ਅਕਾਲ ਤਖਤ ਸਾਹਿਬ ਤੇ, ਉਹਨਾਂ ਨੇ 1.25 ਲੱਖ ਜਪਜੀ ਸਾਹਿਬ ਦਾ ਜਾਪ ਕੀਤਾ ਸੀਗਾ, ਫਿਰ ਉਹ ਸੇਵਾ ਕਰਦੇ ਸਨ। ਇਹ ਮਾੜੀ ਮੋਟੀ ਗੱਲ ਨਹੀਂ ਹੈ ਸੇਵਾ ਕਰਨੀ। ਇਹ ਜੇ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਸੇਵਾ ਹੁੰਦੀ ਹੈ। ਪਰ ਤਾਂ ਸਤਿਗੁਰੂ ਜੀ ਕਹਿੰਦੇ ਨਾਮ ਦੀ ਓਟ ਆਸਰਾ ਲੈ। ਇਹ ਜਪਜੀ ਸਾਹਿਬ ਜਿਹੜਾ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਂਦਾ ਹੈ। ਫਿਰ ਸਤਿਗੁਰਾਂ ਨੇ ਜਾਪ ਸਾਹਿਬ ਦੀ ਜਿਹੜੀ ਬਾਣੀ ਪੜ੍ਹੀ ਹੈ, ਜਾਪ ਸਾਹਿਬ ਦੇ ਜ਼ਿਆਦਾ ਅਭਿਆਸ ਕਰਨ ਦੇ ਨਾਲ, ਜ਼ਿਆਦਾ ਜਾਪ ਕਰਨ ਦੇ ਨਾਲ ਉਹ ਜਿਹੜਾ ਪਰਮਾਤਮਾ ਹੈ ਉਹਦੇ ਭਾਵ ਕਿ ਨਿਰਗੁਣ ਸਰੂਪ ਦੇ ਸਾਰੇ ਹੀ ਦਰਸ਼ਨ ਹੋਣ ਲੱਗ ਜਾਂਦੇ ਨੇ। ਐਸੀ ਕਿਰਪਾ ਹੋ ਜਾਂਦੀ, ਕਿਉਂਕਿ ਜਿਹੜਾ ਜਾਪ ਸਾਹਿਬ ਹੈ ਉਹਦੇ ਵਿੱਚ ਲਿਖਿਆ ਹੈ ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹੇ। ਕਹਿੰਦੇ ਨਾ ਉਹਦਾ ਕੋਈ ਚੱਕਰ ਹੈ ਨਾ ਕੋਈ ਚਿੰਨ੍ਹ ਹੈ। ਜਿਵੇਂ ਆਪਣੀਆਂ ਸਰੀਰ ਦੀਆਂ ਰੇਖਾਵਾਂ ਨੇ, ਕਹਿੰਦੇ ਉਹਦੀ ਕੋਈ ਰੇਖਾ ਵੀ ਕੋਈ ਚੱਕਰ ਨਹੀਂ ਹੈ, ਨਾ ਕੋਈ ਚਿੰਨ੍ਹ ਹੈ, ਨਾ ਉਹਦਾ ਕੋਈ ਜਾਤ ਹੈ ਨਾ ਕੋਈ ਉਹਦੀ ਪਾਤ ਹੈ। ਭਾਵ ਕਿ ਉਹਦੀ ਕੋਈ ਜਾਤ ਗੋਤ ਵੀ ਨਹੀਂ ਹੈ। ਕਿਸੇ ਵੀ ਕੰਮ ਦੇ ਭਾਵ ਕਿ ਕਿਸੇ ਵੀ ਜਾਤ ਦੇ ਵਿੱਚ ਉਹ ਪਰਮਾਤਮਾ ਨਹੀਂ ਆਉਂਦਾ। ਚੱਕਰ ਚਿਹਨ ਅਰ ਬਾਰਨ, ਜਾਤ ਅਰ ਪਾਤ ਨਹਿਨ ਜਿਹੇ। ਭਾਵ ਕਿ ਉਹ ਕਿਸੇ ਵੀ ਜਾਤਾਂ ਪਾਤਾਂ ਦੇ ਵਿੱਚ ਨਹੀਂ ਆਉਂਦਾ, ਉਹ ਐਸਾ ਪਰਮਾਤਮਾ ਹੈ। ਕਹਿੰਦੇ ਜਾਪ ਸਾਹਿਬ ਕਰਨ ਦੇ ਨਾਲ ਮਨੁੱਖ ਦਾ ਵੀ ਉਹ ਹੀ ਰੂਪ ਬਣ ਜਾਂਦਾ ਹੈ। ਫਿਰ ਸਤਿਗੁਰਾਂ ਨੇ ਸਵਈਆ ਲਿਖਿਆ ਜਿਹੜਾ ਆਪਾਂ ਪੜ੍ਹਦੇ ਹਾਂ, ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਇਹਦੇ ਵਿੱਚ ਸਤਿਗੁਰਾਂ ਨੇ ਸਾਰੀ 10 ਸਵਈਏ ਨੇ, ਇਹਦੇ ਵਿੱਚ ਵੈਰਾਗ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ। ਜਿਵੇਂ ਢੋਲ ਮ੍ਰਿਦੰਗ ਕੁਰੰਗ, ਇਹ ਸਾਰੀ ਭਾਵ ਕਿ ਜਿਹੜੇ ਵੱਡੇ ਵੱਡੇ ਰਾਜੇ ਹੋਏ ਨੇ ਉਹਨਾਂ ਦੀ ਗੱਲ ਸਤਿਗੁਰਾਂ ਨੇ ਸਵਈਏ ਦੇ ਵਿੱਚ ਕੀਤੀ ਹੈ। ਕਹਿੰਦੇ ਜਿਹੜੇ ਵੱਡੇ ਵੱਡੇ ਰਾਜੇ ਹੋਏ ਨੇ ਨਾ, ਉਹਨਾਂ ਕੋਲੇ ਬੜਾ ਧਨ ਦੌਲਤ, ਸਾਰੀ ਦੁਨੀਆ ਦਾ ਰਾਜ ਜਿੱਤਣ ਵਾਸਤੇ ਉਹਨਾਂ ਕੋਲੇ ਸਭ ਕੁਝ ਸੀਗਾ। ਪਰ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਹਿੰਦੇ ਅੰਤ ਸਮੇਂ ਨੂੰ ਉਹ ਵੀ ਭਾਵ ਕਿ ਨੰਗੇ ਪੈਰ, ਭਾਵ ਕਿ ਇੱਥੇ ਸਭ ਕੁਝ ਛੱਡ ਕੇ ਚਲੇ ਗਏ। ਉਹਨਾਂ ਦੇ ਹੱਥ ਦੇ ਵਿੱਚ ਵੀ ਕੁਛ ਨਹੀਂ ਆਇਆ, ਉਹ ਇਸੇ ਤਰ੍ਹਾਂ ਹੀ ਚਲੇ ਗਏ। ਜਿਨ੍ਹਾਂ ਕੋਲ ਵੱਡੇ ਵੱਡੇ ਭਾਵ ਕਿ ਤੁਰੰਗ ਘੋੜੇ, ਚੰਚਲ ਘੋੜੇ ਰੱਖਦੇ ਸਨ, ਹਾਥੀ ਰੱਖਦੇ ਸਨ, ਵੱਡੇ ਵੱਡੇ ਚਤੁਰ ਹਾਥੀ, ਕਹਿੰਦੇ ਉਹ ਵੀ ਜਿਹੜੇ ਇਸ ਧਰਤੀ ਤੋਂ ਚਲੇ ਗਏ।
ਉਹ ਵੀ ਨਹੀਂ ਰਹਿ ਸਕੇ। ਸਤਿਗੁਰਾਂ ਨੇ ਉਹ ਵੈਰਾਗ ਵਾਲਾ ਸਵਈਆ ਫਿਰ ਲਿਖਿਆ। ਫਿਰ ਸਤਿਗੁਰਾਂ ਨੇ ਚੌਪਈ ਸਾਹਿਬ ਜਿਹੜਾ ਜਾਪ ਕਰਦੇ ਆਪਾਂ, ਚੌਪਈ ਸਾਹਿਬ ਇੱਕ ਅਰਦਾਸ ਹੈ ਪਰਮਾਤਮਾ ਦੇ ਅੱਗੇ। ਜਿਵੇਂ ਆਪਾਂ ਅਰਦਾਸਾਂ ਕਰਦੇ ਸਤਿਗੁਰਾਂ ਅੱਗੇ, ਉਹ ਸਾਰੀ ਅਰਦਾਸ ਹੈ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਕਹਿੰਦੇ ਜਾਪ ਕਰਨ ਦੇ ਨਾਲ ਬੜੀ ਕਿਰਪਾ ਹੋ ਜਾਂਦੀ ਹੈ ਚੌਪਈ ਸਾਹਿਬ ਦੇ। ਅਤੇ ਇੱਕ ਗੁਰਸਿੱਖ ਹੋਇਆ ਹੈ, ਉਹਨੇ ਪਹਿਲਾਂ ਤੰਤਰ ਮੰਤਰ ਸਿੱਧ ਕਰ ਲਏ। ਉਹਦਾ ਘਰ ਦਾ ਕੋਈ ਕੰਮ ਨਹੀਂ ਚੱਲਦਾ ਸੀਗਾ। ਉਹਨੇ ਵਿਚਾਰੇ ਨੇ ਤੰਤਰ ਮੰਤਰ ਸਿੱਧ ਕੀਤੇ। ਕਰਨ ਤੋਂ ਬਾਅਦ ਉਹਦਾ ਕੰਮ ਚੱਲਣ ਲੱਗ ਪਿਆ। ਲੋਕ ਆਉਣ ਲੱਗ ਪਏ, ਕਿਸੇ ਨੂੰ ਧਾਗਾ, ਕਿਸੇ ਨੂੰ ਤਵੀਦ, ਕਿਸੇ ਨੂੰ ਜਲ ਕਰਕੇ ਦਿੰਦਾ ਰਿਹਾ। ਕੰਮ ਉਹ ਚੱਲਦਾ ਰਿਹਾ, ਪੈਸੇ ਮਿਲਦੇ ਰਹੇ। ਕਹਿੰਦੇ ਉਹ ਥੋੜ੍ਹਾ ਚਿਰ 6 ਮਹੀਨੇ ਲੰਘੇ, ਉਹ ਭਾਰ ਉਹਦੇ 'ਤੇ ਪੈਣਾ ਸ਼ੁਰੂ ਹੋ ਗਿਆ। ਕਿਉਂਕਿ ਜਿਹੜੀ ਝੂਠ ਦੀ ਮਾਇਆ ਹੈ ਨਾ, ਥੋੜ੍ਹਾ ਚਿਰ ਚੱਲਦੀ ਹੈ। ਜਿਹੜੀ ਸੱਚ ਦੀ ਮਾਇਆ ਉਹ ਹੀ ਸਾਡੇ ਨਾਲ ਨਿਭਦੀ ਹੈ। ਕਹਿੰਦੇ ਉਹਦੇ 'ਤੇ ਜਦੋਂ ਭਾਰ ਪੈਣਾ ਸ਼ੁਰੂ ਹੋ ਗਿਆ ਅਤੇ ਉਹ ਕਿਸੇ ਨਾਲ ਗੱਲ ਕੀਤੀ ਗੁਰਸਿੱਖ ਦੇ ਨਾਲ। ਉਹਨੇ ਕਹਿੰਦੇ ਇਸ ਤਰ੍ਹਾਂ ਹੁਣ ਇਹ ਕੰਮ ਹੋਣ ਲੱਗ ਪਏ ਤਾਂ ਮੈਂ ਖਹਿੜਾ ਕਿਵੇਂ ਛਡਾਵਾਂ। ਹੁਣ ਜਿਹੜਾ ਬੰਦਾ ਆਮ ਬੰਦਾ ਕੋਈ ਫਸਿਆ ਹੋਵੇ ਭੂਤ ਪ੍ਰੇਤ ਦੇ ਵਿੱਚ, ਜਾਂ ਉਹਨੂੰ ਛਡਾਉਣਾ ਸੌਖਾ ਹੈ। ਜਿਸ ਨੇ ਆਪ ਹੀ ਉਹ ਬਲਾ ਗਲ ਪਾਈ ਹੋਵੇ ਸਿੱਧ ਕਰਕੇ, ਉਸ ਬਲਾ ਤੋਂ ਖਹਿੜਾ ਛਡਾਉਣਾ ਬਹੁਤ ਔਖਾ ਹੋ ਜਾਂਦਾ ਹੈ। ਫਿਰ ਕਹਿੰਦੇ ਕਿ ਉਹਨੇ ਜੋ ਸਿੱਧ ਕਰਕੇ ਚੀਜ਼ਾਂ ਆਪਦੇ ਗਲ ਪਾ ਲਈਆਂ ਅਤੇ 6 ਮਹੀਨੇ ਵਧੀਆ ਕਾਰਜ ਉਹਦਾ ਚੱਲਦਾ ਰਿਹਾ। ਲੋਕ ਆਉਂਦੇ ਰਹੇ, ਪੈਸੇ ਵੀ ਮਿਲਦੇ। ਜਦੋਂ ਉਹਦੇ 'ਤੇ ਹੁਣ ਭਾਰ ਪੈਣਾ ਸ਼ੁਰੂ ਹੋ ਗਿਆ, ਇੱਕ ਤਾਂ ਆਪਾਂ ਦੁਨਿਆਵੀ ਕਮਾਈ ਕਰਦੇ ਹਾਂ, ਦੁਨਿਆਵੀ ਕਮਾਈ ਕਰਕੇ ਅਸੀਂ ਜੋ ਵੀ ਕਰਦੇ ਹਾਂ, ਖਾਂਦੇ ਹਾਂ, ਰਾਤ ਨੂੰ ਬੜੀ ਵਧੀਆ ਸੌਖੀ ਨੀਂਦ ਆਉਂਦੀ, ਸੌ ਜਾਂਦੇ ਹਾਂ। ਜਿਹੜੀ ਇੱਕ ਹੁੰਦੀ ਉਹਨੇ ਤੰਤਰ ਮੰਤਰ ਸਿੱਧ ਕਰਕੇ ਕਮਾਈ ਕਰਨੀ, ਇਹ ਥੋੜ੍ਹਾ ਚਿਰ ਚੱਲਦਾ ਹੈ। ਅਤੇ ਮਨੁੱਖ ਨੂੰ ਇਹ ਫਿਰ ਜਿਹੜੀਆਂ ਚੀਜ਼ਾਂ ਨੇ ਤੰਗ ਕਰਦੀਆਂ ਨੇ, ਸੌਣ ਨਹੀਂ ਦਿੰਦੀਆਂ, ਨਾ ਬਹਿਣ ਦਿੰਦੀਆਂ, ਨਾ ਖਲੋਣ ਦਿੰਦੀਆਂ ਨੇ, ਭਜਾਈ ਫਿਰਦੀਆਂ ਨੇ। ਮਨੁੱਖ ਨੂੰ ਇੰਨਾ ਦੁੱਖ ਦਿੰਦੀਆਂ, ਨਾਲ ਨਾਲ ਤੁਰੀਆਂ ਫਿਰਦੀਆਂ ਰਹਿੰਦੀਆਂ ਨੇ। ਇਹ ਟਿਕਣ ਨਹੀਂ ਦਿੰਦੀਆਂ। ਇਹ ਜਿਹੜੀ ਮਾਇਆ ਹੈ ਟਿਕਣ ਨਹੀਂ ਦਿੰਦੀ। ਫਿਰ ਕਹਿੰਦੇ ਉਸਨੇ ਫਿਰ ਜਦੋਂ ਗੱਲ ਕੀਤੀ, ਕਹਿੰਦੇ ਤੇਰਾ ਖਹਿੜਾ ਤਾਂ ਕਿਸੇ ਨੇ ਵੀ ਨਹੀਂ ਛਡਾਉਣਾ ਇੱਦਾਂ। ਹੁਣ ਤੂੰ ਇਹ ਬਲਾਵਾਂ ਆਪ ਖੁਦ ਗਲ ਪਾਈਆਂ ਨੇ। ਚੌਪਈ ਸਾਹਿਬ ਦਾ ਜਾਪ ਕਰਿਆ ਕਰ ਅਤੇ ਤੇਰਾ ਖਹਿੜਾ ਛੁੱਟ ਜੂਗਾ। ਜੇ ਚੌਪਈ ਸਾਹਿਬ ਦੇ ਜਾਪ ਕਰੇਗਾ ਨਾ ਫਿਰ ਤੇਰਾ ਖਹਿੜਾ ਛੁੱਟ ਸਕਦਾ ਹੈ। ਉਹਨੇ ਫਿਰ ਸ਼ੁਰੂ ਕਰ ਦਿੱਤੇ 41 ਚੌਪਈ ਸਾਹਿਬ ਦੇ ਜਾਪ ਰੋਜ਼ ਕਰਨੇ ਅੰਮ੍ਰਿਤ ਵੇਲੇ ਵਿਧੀ ਦੇ ਨਾਲ। ਕੋਈ ਵੀ ਕੰਮ ਹੈ ਵਿਧੀ ਦੇ ਨਾਲ ਹੁੰਦਾ ਹੈ। ਉਹਨੇ ਅੰਮ੍ਰਿਤ ਵੇਲੇ ਕੇਸ਼ੀ ਇਸ਼ਨਾਨ ਕਰਨਾ, ਚੌਪਈ ਸਾਹਿਬ ਦੇ 41 ਜਾਪ ਸ਼ੁਰੂ ਕਰ ਦਿੱਤੇ। ਉਹਨੇ ਦੱਸਿਆ ਫਿਰ ਕਹਿੰਦਾ ਜਦੋਂ ਮੈਂ ਪਹਿਲੇ ਦਿਨ ਜਾਪ ਕੀਤੇ, ਚੀਜ਼ਾਂ ਨੇ ਜਿਹੜੀਆਂ ਸਨ ਮੈਂ ਇਕੱਠੀਆਂ ਕੀਤੀਆਂ, ਉਹਨਾਂ ਨੇ ਮੇਰਾ ਆਣ ਕੇ ਗਲਾ ਘੁੱਟ ਘੱਤਿਆ ਕਿ ਇਹ ਬਾਣੀ ਬੰਦ ਕਰ, ਨਾ ਪੜ੍ਹ ਤੂੰ, ਕਿਉਂਕਿ ਸਾਨੂੰ ਤੰਗੀ ਹੁੰਦੀ ਹੈ। ਕਹਿੰਦੇ ਉਹ ਫਿਰ ਇੱਕਦਮ ਉੱਠ ਗਿਆ। ਫਿਰ ਦੂਸਰੇ ਦਿਨ ਫਿਰ ਸ਼ੁਰੂ ਕੀਤਾ। ਕਰਦਿਆਂ ਕਰਾਉਂਦਿਆਂ ਕਹਿੰਦੇ ਕਿ ਉਹ ਪਾਸ ਹੋ ਗਿਆ। 1.25 ਮਹੀਨਾ ਜਾਪ ਕਰਦਾ ਰਿਹਾ। ਕਹਿੰਦੇ ਜਦੋਂ 10 ਦਿਨ ਮੈਨੂੰ ਜਾਪ ਕਰਦੇ ਨੂੰ ਹੋ ਗਏ ਨਾ, ਘਰ ਦੇ ਵਿੱਚੋਂ ਇੱਦਾਂ ਆਵਾਜ਼ਾਂ ਆਉਂਦੇ ਸੀ, ਪਤਾ ਨਹੀਂ ਕੀ ਕੁਛ ਘਰ ਦੇ ਵਿੱਚੋਂ ਨਿਕਲ ਕੇ ਜਾ ਰਿਹਾ ਹੈ, ਪਤਾ ਨਹੀਂ ਕੀ ਕਿੰਨਾ ਕੁਛ। ਕਿਉਂਕਿ ਕਿਸੇ ਦਾ ਭਾਰ ਲੈਣਾ ਸੌਖੀ ਗੱਲ ਨਹੀਂ ਹੈ। ਉਹ ਜਿਹੜੀਆਂ ਬਲਾਵਾਂ ਨੇ ਉਹਦੇ ਘਰ ਦੇ ਵਿੱਚ ਹੀ ਸਾਰੀਆਂ ਇਕੱਠੀਆਂ ਹੋ ਚੁੱਕੀਆਂ ਸਨ। ਕਹਿੰਦੇ ਉਹ ਜਦੋਂ ਮੈਂ ਪਾਠ 10 ਦਿਨ ਹੋ ਗਏ ਕਰਦੇ ਨੂੰ, ਅਤੇ ਉਹ ਭੱਜ ਕੇ ਨਿਕਲੀਆਂ ਸਾਰੀਆਂ। ਇੱਦਾਂ ਨਿਕਲਦਾ ਪਤਾ ਨਹੀਂ ਕੀ ਕੁਛ ਘਰ ਦੇ ਵਿੱਚੋਂ ਨਿਕਲ ਕੇ ਜਾ ਰਿਹਾ ਹੈ। ਕਹਿੰਦੇ 30 ਦਿਨ ਜਦੋਂ ਪਾਠ ਕਰਦੇ ਨੇ ਹੋ ਗਏ, ਅਤੇ ਗੁਰੂ ਦੀ ਮੇਰੇ 'ਤੇ ਕਿਰਪਾ ਹੋ ਗਈ। ਫਿਰ ਸਤਿਗੁਰਾਂ ਨੇ ਮੇਰੇ 'ਤੇ ਕਿਰਪਾ ਕੀਤੀ, ਮੇਰਾ ਸਰੀਰ ਹੌਲਾ ਹੋ ਗਿਆ, ਉਹਨਾਂ ਬਲਾਵਾਂ ਤੋਂ ਮੇਰਾ ਖਹਿੜਾ ਛੁੱਟ ਗਿਆ। ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਚੌਪਈ ਸਾਹਿਬ ਦੇ ਵਿੱਚ। ਚੌਪਈ ਸਾਹਿਬ ਜਿਹੜੀ ਬਾਣੀ ਹੈ ਇਹ ਰੱਖਿਆ ਦੀ ਹੈ, ਅਰਦਾਸ ਹੈ ਇੱਕ ਸਤਿਗੁਰਾਂ ਦੇ ਅੱਗੇ। ਭਾਵ ਕਿ ਜਿਹੜਾ ਆਪਾਂ ਅੜਿੱਲ ਪੜ੍ਹਦੇ ਨਾ ਬਾਅਦ ਦੇ ਵਿੱਚ, ਅੜਿੱਲ ਸੁਨੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ। ਇਹਦਾ ਮਤਲਬ ਕਿ ਜਿਹੜੀ ਚੌਪਈ ਸਾਹਿਬ ਸਤਿਗੁਰਾਂ ਨੇ ਸਾਰੀ ਉਚਾਰ ਕੇ ਉਹ ਜਿਹੜਾ ਅੜਿੱਲ ਸਵਈਆ ਲਿਖਿਆ ਹੈ, ਉਹ ਸ਼ਬਦ ਲਿਖਿਆ ਹੈ। ਕਹਿੰਦੇ ਕਿ ਇਹਦਾ ਮਤਲਬ ਕੀ, ਮਹਾਤਮ ਕੀ ਹੋਏਗਾ ਪੜ੍ਹਨ ਦਾ। ਕਹਿੰਦੇ ਸੁਨੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ। ਕਹਿੰਦੇ ਜਿਹੜਾ ਗੂੰਗਾ ਬੰਦਾ ਹੈ, ਗੂੰਗਾ, ਕਹਿੰਦੇ ਉਹ ਬੋਲਣ ਲੱਗ ਪਏਗਾ। ਸੁਨੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਉਹਨੂੰ ਰਸਨਾ ਮਿਲ ਜਾਊਗੀ ਬੋਲਣ ਦੀ ਜੇ ਬਾਣੀ ਨੂੰ ਸੁਣ ਲਵੇਗਾ। ਬੋਲ ਨਹੀਂ ਸਕਦਾ ਨਾ, ਸੁਣ ਲਵੇਗਾ, ਕਹਿੰਦੇ ਉਹਨੂੰ ਰਸਨਾ ਮਿਲ ਜਾਂਦੀ ਹੈ। ਸੁਨੈ ਮੂੜ ਚਿਤਲਾਏ ਚਤੁਰਤਾ ਆਵਈ। ਕਹਿੰਦੇ ਮੂਰਖ ਬੰਦਾ
ਭਾਵ ਕਿ ਜਿਹਦਾ ਦਿਮਾਗ ਨਹੀਂ ਕੰਮ ਕਰਦਾ, ਆਪਾਂ ਉਹਨੂੰ ਕਹਿ ਦਿੰਦੇ ਹਾਂ ਪਾਗਲ ਹੈ ਬਈ, ਇਹ ਸਿੱਧਾ ਜਿਹਾ ਬੰਦਾ ਹੈ, ਨਹੀਂ। ਕਹਿੰਦੇ ਕਿ ਉਹ ਬਾਣੀ ਸੁਣਨ ਦੇ ਨਾਲ ਉਹਨੂੰ ਚਤੁਰਤੀ ਜਿਹੜੀ ਬੁੱਧੀ ਜਿਹੜੀ ਹੈ, ਬੁੱਧੀ ਗਿਆਨ ਮਿਲ ਜਾਏਗਾ। ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਅਗਲੇ ਪਾਸੇ ਫੇਰ ਗੱਲ ਕੀਤੀ ਹੈ, ਕਹਿੰਦੇ ਦੁੱਖ ਦਰਦ ਭਉ ਨਿਕਟ ਨਾ ਤਿਨ ਕੇ ਰਹਿ ਤਿਨ ਨਰ ਕੇ ਰਹਿ। ਕਹਿੰਦੇ ਸਤਿਗੁਰੂ ਜੀ ਕਹਿੰਦੇ ਨਾ ਉਹਦੇ ਕੋਲ ਦੁੱਖ ਨਾ ਭਉ, ਨਾ ਕਿਸੇ ਚੀਜ਼ ਦਾ ਡਰ ਉਸ ਮਨੁੱਖ ਦੇ ਲਾਗੇ ਨਹੀਂ ਆਉਂਦਾ। ਹੋ ਜੋ ਜਾਂ ਕੀ ਏਕ ਬਾਰ ਚੌਪਈ ਕੂ ਕਹਿ। ਕਹਿੰਦੇ ਜੋ ਚੌਪ ਸਾਹਿਬ ਦਾ ਜਾਪ ਕਰਦੇ ਨੇ ਉਹਦੇ ਲਾਗੇ ਸਾਰੇ ਦੁੱਖ ਖਤਮ ਹੋ ਜਾਂਦੇ। ਸਤਿਗੁਰਾਂ ਨੇ ਬਾਣੀ ਦੇ ਵਿੱਚ ਚੌਪਈ ਸਾਹਿਬ ਨੂੰ ਵਰ ਦਿੱਤਾ ਹੈ। ਸਤਿਗੁਰਾਂ ਨੇ ਪੜ੍ਹਨ ਦੇ ਨਾਲ ਦੁੱਖ ਦੂਰ ਹੋ ਜਾਂਦੇ ਨੇ। ਫਿਰ ਸਤਿਗੁਰਾਂ ਨੇ ਆਨੰਦ ਸਾਹਿਬ ਦੀ ਬਾਣੀ ਤੀਸਰੇ ਪਾਤਸ਼ਾਹ ਜੀ ਮਹੱਲਾ ਤੀਜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਉਹ ਆਨੰਦ ਦਿੰਦੀ ਹੈ। ਜਿਹੜਾ ਕਹਿੰਦੇ ਸਦੀਵੀ ਆਨੰਦ ਪ੍ਰਾਪਤ ਕਰਨਾ ਮਨੁੱਖ ਨੇ, ਉਹ ਆਨੰਦ ਉਹਦੇ ਵਿੱਚ ਸਾਰਾ ਲਿਖਿਆ ਹੈ। ਅਗਲੀਆਂ ਪੌੜੀਆਂ ਦੇ ਵਿੱਚ ਜਿਵੇਂ ਆ ਪੜ੍ਹਦੇ ਹਾਂ, ਇਹ ਸਰੀਰਾ ਮੇਰਿਆ ਤੂੰ ਇਸ ਸੰਸਾਰ ਦੇ ਵਿੱਚ ਕਿਵੇਂ ਆਇਆ ਹੈ, ਇਹ ਨੇਤਰੋ ਮੇਰੋ। ਭਾਵ ਕਿ ਇਹ ਸਾਰੀ ਬਾਣੀ ਜਿਹੜੀ ਸਤਿਗੁਰਾਂ ਨੇ ਰਚੀ ਆਨੰਦ ਦੀ ਬਾਣੀ ਹੈ, ਸਮਝਾਇਆ ਹੈ। ਆਓ ਆਪਾਂ ਜਪਜੀ ਸਾਹਿਬ ਦੀ ਜਿਹੜੀਆਂ ਆਪਾਂ ਕੱਲ੍ਹ ਪੌੜੀਆਂ ਦੀ ਵਿਆਖਿਆ ਕਰ ਚੁੱਕੇ ਹਾਂ। ਸੋਚਿਆ ਕਿ ਸੋਚ ਕਿਵੇਂ ਰੱਖਣੀ ਹੈ, ਭਾਵ ਕਿ ਸੁਚਮਤਾ ਦੇ ਨਾਲ ਜ਼ਿਆਦਾ ਇਸ਼ਨਾਨ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਕਹਿੰਦੇ ਮੌਨ ਰਹਿਣ ਦੇ ਨਾਲ, ਚੁੱਪ ਰਹਿਣ ਦੇ ਨਾਲ ਵੀ ਨਹੀਂ ਪ੍ਰਾਪਤੀ ਹੁੰਦੀ। ਫਿਰ ਸਤਿਗੁਰਾਂ ਨੇ ਅੱਜ ਦੀ ਜਿਹੜੀ ਆਪਾਂ ਵਿਚਾਰ ਕਰਨੀ ਹੈ, ਇਹ ਸਤਿਗੁਰਾਂ ਨੇ ਕਿਹਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਇੱਥੇ ਬੰਨਾ ਜੇ ਆਪਾਂ ਬੋਲੀਏ ਹੋੜੀ ਜੀ, ਬੰਨਾ ਵੱਟ ਬੰਨੇ ਨੂੰ ਵੀ ਕਿਹਾ ਜਾਂਦਾ ਹੈ, ਬਨੇਰੇ ਨੂੰ ਵੀ ਕਿਹਾ ਜਾਂਦਾ ਹੈ, ਪਰ ਇੱਥੇ ਕਿਹਾ ਹੈ ਬੰਨਾ। ਭਾਵ ਕਿ ਇਹਨੂੰ ਭਾਰਾ ਕਰਕੇ ਜੇ ਬੋਲੀਏ ਬੰਨਾ, ਭਾਵ ਕਿ ਜਿਹੜੀ ਚੀਜ਼ ਨੂੰ ਕਿਸੇ ਪੰਡ ਨੂੰ ਬੰਨ੍ਹ ਲੈਣਾ। ਆਪਾਂ ਬੋਲਦੇ ਨਾ ਪੰਡ ਬੰਨ੍ਹੀ ਗਈ ਭਰ ਕੇ। ਇਹਦਾ ਮਤਲਬ ਕਿ ਸਤਿਗੁਰੂ ਜੀ ਕਹਿੰਦੇ ਭੁੱਖ ਨਹੀਂ ਉਤਰਦੀ ਜੇ ਬੰਨਾ ਪੁਰੀਆ ਭਾਰ। ਕਹਿੰਦੇ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਇਹਨਾਂ ਦਾ ਵੀ ਰਾਜ ਸਾਰਾ ਮਨੁੱਖ ਨੂੰ ਮਿਲ ਜਾਵੇ, ਇਹ ਤਾਂ ਵੀ ਨਹੀਂ ਰੱਜਦਾ। ਕਹਿੰਦੇ ਮਨ ਐਸਾ ਹੈ ਮਨੁੱਖ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ। ਜੋ ਸਿੱਧਾ ਨੇ ਕਿਹਾ ਸਤਿਗੁਰੂ, ਭਾਵ ਕਿ ਜੇ ਪਦਾਰਥ ਹੋਣ ਜਿਸ ਮਨੁੱਖ ਕੋਲੇ ਜ਼ਿਆਦੇ ਉਹਨੂੰ ਪਰਮਾਤਮਾ ਮਿਲਦਾ ਹੈ। ਕਹਿੰਦੇ ਨਹੀਂ, ਉਹਨਾਂ ਨੂੰ ਵੀ ਨਹੀਂ ਮਿਲਦਾ, ਕਿਉਂਕਿ ਜਿੰਨੀਆਂ ਮਰਜ਼ੀ ਪੁਰੀਆਂ ਬੰਨ੍ਹ ਲਓ, ਭਾਵੇਂ ਸ਼ਿਵਪੁਰੀ ਭਾਵੇਂ ਬ੍ਰਹਮਪੁਰੀ ਦਾ ਵੀ ਰਾਜ ਮਿਲ ਜੇ, ਇੰਦਰਪੁਰੀ ਦਾ ਰਾਜ ਮਿਲ ਜੇ, ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜ ਮਿਲ ਜੇ, ਕਹਿੰਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ। ਪੁਰਾਤਨ ਸਮੇਂ ਦੇ ਵਿੱਚ ਭਗਵਾਨ ਚੰਦਰ ਜੀ ਜਿਹੜੇ ਹੋਏ ਨੇ, ਉਸ ਸਮੇਂ ਤ੍ਰੇਤੇ ਦੇ ਵਿੱਚ ਇੱਕ ਰਘੂ ਰਾਜਾ ਹੋਇਆ ਹੈ। ਬੜਾ ਧਰਮਾਤਮਾ ਰਾਜਾ ਸੀ। ਉਹ ਦਾਨ ਬਹੁਤ ਕਰਦਾ ਸੀਗਾ, ਕਿਸੇ ਨੂੰ ਵੀ ਉਹ ਖਾਲੀ ਨਹੀਂ ਮੋੜਦਾ ਸੀਗਾ। ਇੱਕ ਭਾਵ ਕਿ ਬ੍ਰਾਹਮਣ ਸੀਗਾ, ਉਹਨੂੰ ਪਤਾ ਸੀਗਾ ਕਿ ਉਹ ਜਿਹੜਾ ਰਾਜਾ ਹੈ ਜੋ ਵੀ ਮੰਗਾਂਗੇ ਉਹ ਦੇ ਦਿੰਦਾ ਹੈ। ਅਤੇ ਉਹ ਜਿਹੜਾ ਬ੍ਰਾਹਮਣ ਲੈਣ ਚਲੇ ਗਿਆ ਉਹਨਾਂ ਕੋਲੋਂ। ਕਹਿੰਦੇ ਕਿ ਉੱਧਰੋਂ ਰਾਜਾ ਕਿਸੇ ਕੰਮ ਗਿਆ ਹੋਇਆ ਸੀਗਾ, ਰਾਣੀ ਅੱਗੇ ਬੈਠੀ, ਜਿਹੜੀ ਦਾਨ ਘਰ ਸੀਗਾ, ਦਾਨ ਦੇ ਵਿੱਚ ਬੈਠ ਕੇ ਉਹ ਦਾਨ ਸਾਰਿਆਂ ਨੂੰ ਕਰ ਰਹੀ ਸੀ। ਉਹ ਰੋਜ਼ ਹੀ ਦਾਨ ਕਰਦੇ ਸਨ। ਸਵੇਰੇ ਲੈਣ ਲਾ ਲੈਣੀ ਸਾਰਿਆਂ ਨੂੰ, ਜੋ ਜੋ ਹੀਰੇ ਜਵਾਹਰਤ, ਕਿਸੇ ਨੇ ਵਸਤਰ ਮੰਗਣੇ, ਜਵਾਹਰਤ ਮੰਗਣੇ, ਕਿਸੇ ਨੇ ਹੀਰੇ ਮੰਗਣੇ, ਕਿਸੇ ਨੇ ਪਦਾਰਥ ਮੰਗਣੇ ਅਤੇ ਉਹ ਵੰਡਣੇ। ਕਹਿੰਦੇ ਉਹ ਰਾਣੀ ਬੈਠੀ ਸੀ, ਵੰਡ ਰਹੀ ਸੀ, ਅਤੇ ਉਹ ਬ੍ਰਾਹਮਣ ਨੂੰ ਪਤਾ ਸੀਗਾ। ਬ੍ਰਾਹਮਣ ਬੜਾ ਲਾਲਚੀ ਸੀ। ਉਹ ਕਹਿੰਦੇ ਕਿ ਉਹ ਜਦੋਂ ਮੰਗਣ ਗਿਆ ਅਤੇ ਕਹਿੰਦੇ ਕਿ ਦੱਸੋ ਬ੍ਰਾਹਮਣ ਜੀ ਕੀ ਲੈਣਾ ਹੈ ਤੁਸੀਂ? ਉਹ ਕਹਿੰਦੇ ਮੈਂ ਤਾਂ ਤੈਨੂੰ ਹੀ ਮੰਗਣ ਆਇਆ ਹਾਂ, ਭਾਵ ਕਿ ਮੈਂ ਤੈਨੂੰ ਹੀ ਲੈਣ ਵਾਸਤੇ, ਤੈਨੂੰ ਹੀ ਦਾਨ ਦੇ ਵਿੱਚ ਲੈਣਾ ਹੈ। ਕਿਉਂਕਿ ਪਹਿਲਾਂ ਇਹ ਸਮਾਂ ਸੀਗਾ ਜੋ ਦਾਨ ਦੇ ਵਿੱਚ ਮੰਗਣਾ ਬ੍ਰਾਹਮਣਾਂ ਨੇ ਉਹ ਹੀ ਦੇ ਦੇਣਾ। ਜੇ ਧੀ ਮੰਗੀ ਧੀ ਦੇ ਦੇਣੀ, ਜੇ ਇਸਤਰੀ ਮੰਗ ਲਈ ਇਸਤਰੀ ਦੇ ਦੇਣੀ। ਇੰਨਾ ਡਰਾ ਕੇ ਰੱਖਿਆ ਹੋਇਆ ਸੀਗਾ। ਇਹ ਤਾਂ ਸਾਡੇ 'ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਸਤਰੀ ਅਤੇ ਪੁਰਸ਼ ਨੂੰ ਬਰਾਬਰ ਦਾ ਦਰਜਾ ਦੇ ਕੇ ਸਾਡੇ 'ਤੇ ਕਿਰਪਾ ਕੀਤੀ ਹੈ, ਨਹੀਂ ਤਾਂ ਬਹੁਤ ਬੁਰਾ ਹਾਲ ਸੀ। ਕਹਿੰਦੇ ਉਹ ਬ੍ਰਾਹਮਣ ਕਹਿੰਦਾ ਕਿ ਮੈਂ ਤੈਨੂੰ ਹੀ ਮੰਗਣਾ ਹੈ, ਅਤੇ ਉਹ ਰਾਣੀ ਕਹਿੰਦੀ ਇਹਦਾ ਫੈਸਲਾ ਮੈਂ ਤਾਂ ਨਹੀਂ ਕਰ ਸਕਦੀ। ਰਾਜਾ ਬਾਹਰ ਗਿਆ ਹੈ, ਰਘੂ ਰਾਜਾ, ਉਹ ਆ ਜਾਏਗਾ, ਉਹ ਦੱਸੇਗਾ ਕੀ ਕਰਨਾ ਹੈ, ਉਹ ਦਾਨ ਮੈਨੂੰ ਕਰ ਸਕਦਾ ਹੈ, ਮੈਂ ਆਪਣੇ ਆਪ ਨੂੰ ਖੁਦ ਨਹੀਂ ਦਾਨ ਕਰ ਸਕਦੀ। ਕਹਿੰਦੇ ਰਘੂ ਰਾਜਾ ਆਇਆ, ਉਹਨੇ ਕਿਹਾ ਕਿ ਮੈਂ ਤੇਰੀ ਇਸਤਰੀ ਨੂੰ ਲੈ ਕੇ ਜਾਣਾ, ਇਹ ਦਾਨ ਦੇ ਵਿੱਚ ਮੈਨੂੰ ਦੇ। ਕਹਿੰਦਾ ਠੀਕ ਹੈ ਲੈ ਲਾ। ਉਹਨੇ ਦੇ ਦਿੱਤੀ ਦਾਨ ਦੇ, ਕਿਉਂਕਿ ਦਾਨੀ ਬਹੁਤ ਸੀਗਾ। ਉਹ ਧਰਮਾਤਮਾ ਸੀ, ਬੰਦਗੀ ਵਾਲਾ ਸੀਗਾ। ਉਹਨੇ ਇਸਤਰੀ ਦਾਨ ਕਰ ਦਿੱਤੀ, ਉਹ ਰਾਣੀ ਨੂੰ ਦਾਨ ਕਰ ਦਿੱਤਾ।
ਉਹਨੂੰ ਦਾਨ ਕਰ ਦਿੱਤਾ। ਤੇ ਮਨ ਦੇ ਵਿੱਚ ਆਇਆ ਕਿ ਹੁਣ ਮੈਂ ਇਹਨੂੰ ਰੱਖੂੰਗਾ ਕਿੱਥੇ, ਮੇਰੀ ਤਾਂ ਕੁੱਲੀ ਮਾੜੀ ਜੀ ਹੈ। ਉਹ ਅੱਗੋਂ ਰਾਜੇ ਨੂੰ ਕਹਿੰਦਾ ਕਿ ਮੈਂ ਇਹਨੂੰ ਰੱਖੂੰਗਾ ਕਿੱਥੇ, ਹੁਣ ਰਾਣੀ ਨੂੰ, ਇਹ ਤਾਂ ਮਹਿਲਾਂ ਦੇ ਵਿੱਚ ਰਹਿੰਦੀ ਹੈ, ਤੇ ਮੈਨੂੰ ਆ ਜਿਹੜਾ ਤੇਰਾ ਮਹਿਲ ਹੈ ਇਹ ਵੀ ਦੇ ਦੇ। ਤੇ ਉਹ ਕਹਿੰਦਾ ਠੀਕ ਹੈ, ਮਹਿਲ ਵੀ ਲੈ ਲਾ। ਮਹਿਲ ਵੀ ਦੇ ਦਿੱਤਾ ਉਹਨੂੰ। ਕਹਿੰਦੇ ਮਹਿਲ ਵੀ ਦੇ ਦਿੱਤਾ। ਕਹਿੰਦੇ ਕਿ ਹੁਣ ਮਹਿਲ ਤਾਂ ਦੇ ਦਿੱਤਾ, ਮੈਂ ਖਵਾਊਂਗਾ ਕੀ? ਉਹ ਕਹਿੰਦਾ ਤੂੰ ਪਦਾਰਥ ਵੀ ਲੈ ਲਾ। ਪਦਾਰਥ ਵੀ ਦੇ ਦਿੱਤੇ। ਕਹਿੰਦੇ ਇਹਨੂੰ ਸਾਂਭਣ ਵਾਲਾ ਵੀ ਕੋਈ ਚਾਹੀਦਾ ਹੈ, ਪਦਾਰਥਾਂ ਨੂੰ, ਮਹਿਲ ਨੂੰ, ਇਹ ਚਲਾਊਂਗਾ ਕਿਵੇਂ? ਉਹ ਸਾਰੀ ਪਰਜਾ ਵੀ ਦੇ ਦਿੱਤੀ ਰਘੂ ਰਾਜੇ ਨੇ। ਕਹਿੰਦੇ ਕਿ ਠੀਕ ਆ, ਸਾਰਾ ਕੁਝ ਲੈ ਲਿਆ। ਉਹ ਲੈ ਕੇ ਰਘੂ ਰਾਜਾ ਜਿਹੜਾ ਸੀਗਾ ਉਹ ਆਪ ਜੰਗਲ ਦੇ ਵਿੱਚ ਤਪੱਸਿਆ ਕਰਨ ਚਲੇ ਗਿਆ, ਬੰਦਗੀ ਕਰਨ ਚਲੇ ਗਿਆ। ਬੰਦਗੀ ਕਰਦਿਆਂ ਕਰਦਿਆਂ ਉੱਥੇ ਉਹਦੀ ਬਿਰਧ ਅਵਸਥਾ ਹੋ ਚੁੱਕੀ ਸੀ। ਤੇ ਭਾਵ ਕਿ ਨਾਰਦ ਮਿਲਿਆ ਉਹਨੂੰ, ਬ੍ਰਹਮਾ ਦਾ ਪੁੱਤਰ। ਕਹਿੰਦੇ ਉਹ ਮਿਲਿਆ, ਉਹਨੇ ਆਣ ਕੇ ਉਹਨੂੰ ਫਲ ਦਿੱਤਾ ਇੱਕ। ਕਹਿੰਦੇ ਆਹ ਲੈ ਰਾਜਨ, ਤੂੰ ਇਹ ਫਲ ਖਾ ਕੇ ਤੇਰੀ ਫੇਰ ਜਿਹੜੀ ਅਵਸਥਾ, ਤੂੰ ਜਵਾਨ ਹੋ ਜਾਏਗਾ। ਉਹ ਅਮਰ ਜਦੋਂ ਫਲ ਦਿੱਤਾ, ਉਹ ਲੈ ਲਿਆ ਉਹਨੇ ਇੰਦਰ ਕੋਲੋਂ। ਲੈ ਕੇ ਮਨ ਦੇ ਵਿੱਚ ਰਘੂ ਰਾਜੇ ਜੀ ਰਜਾਇਆ ਕਿ ਮੈਂ ਤਾਂ ਬਿਰਧ ਹੋ ਗਿਆ ਹਾਂ, ਮੈਂ ਕੀ ਕਰਨਾ ਇਹ ਫਲ, ਇਹ ਜਾ ਕੇ ਮੈਂ ਬ੍ਰਾਹਮਣ ਨੂੰ ਦੇ ਦਿੰਦਾ ਹਾਂ, ਕਿਉਂਕਿ ਰਾਜ ਭਾਗ ਚਲਾ ਰਿਹਾ ਹੈ ਸਾਰਾ। ਕਹਿੰਦੇ ਕਿ ਮਨ ਦੇ ਵਿੱਚ ਆਇਆ ਤੇ ਉਹ ਰਘੂ ਰਾਜੇ ਨੇ ਅਮਰ ਫਲ ਜਿਹੜਾ ਹੈ ਉਹ ਜਾ ਕੇ ਬ੍ਰਾਹਮਣ ਨੂੰ ਦੇ ਦਿੱਤਾ ਕਿ ਆਹ ਲੈ ਤੂੰ ਫਲ ਖਾ ਲਾ, ਤੂੰ ਰਾਜ ਚਲਾ ਰਿਹਾ ਹੈ ਸਾਰਾ, ਤੇਰੀ ਅਵਸਥਾ ਜਿਹੜੀ ਬਿਰਧ ਨਹੀਂ ਹੋਵੇਗੀ। ਕਹਿੰਦੇ ਉਹ ਬ੍ਰਾਹਮਣ ਨੂੰ ਜਦੋਂ ਦਿੱਤਾ, ਉਹਦੇ ਮਨ ਦੇ ਵਿੱਚ ਸ਼ੰਕਾ ਆ ਗਿਆ, ਲੱਗਦਾ ਰਾਜੇ ਦਾ ਮੈਂ ਸਾਰਾ ਰਾਜ ਭਾਗ ਲੈ ਲਿਆ ਹੈ, ਇਹ ਮੈਨੂੰ ਲੱਗਦਾ ਮਾਰਨਾ ਚਾਹੁੰਦਾ ਹੈ, ਕੋਈ ਜ਼ਹਿਰੀਲਾ ਫਲ ਹੈ। ਕਹਿੰਦੇ ਉਹਨੇ ਕੀ ਕੀਤਾ, ਉਹਨੇ ਦੱਬ ਘੱਤਿਆ, ਨਾ ਖਾਧਾ। ਨਾ ਖਾਣ 'ਤੇ ਜਿਹੜੀ ਉੱਥੇ ਗੋਲੀ ਕੰਮ ਕਰਦੀ ਸੀਗੀ ਰਾਣੀ ਦੇ ਕੋਲੇ, ਕਿਸੇ ਕਾਰਨ ਕਰਕੇ ਉਹ ਬ੍ਰਾਹਮਣ ਨੇ ਉਹਨੂੰ ਕੁੱਟ ਘੱਤਿਆ। ਬਿਰਧ ਅਵਸਥਾ ਸੀ ਉਹਦੀ, ਕੰਮ ਕਰਦੇ ਕਰਦੇ ਬਿਰਧ ਹੋ ਗਈ ਸੀ। ਉਹਨੇ ਬ੍ਰਾਹਮਣ ਨੇ ਕਿਸੇ ਕਾਰਨ ਕਰਕੇ ਉਹਨੂੰ ਕੁੱਟ ਘੱਤਿਆ। ਉਹਦੇ ਮਨ ਦੇ ਵਿੱਚ ਗੁੱਸਾ ਆਇਆ, ਮੈਂ ਖਾ ਕੇ ਕੁਛ ਮਰ ਜਾਨੀ ਹਾਂ। ਉਹਨੂੰ ਪਤਾ ਸੀਗਾ ਕਿ ਇਹ ਫਲ ਕਿੱਥੇ ਦੱਬਿਆ। ਕਹਿੰਦੇ ਜ਼ਹਿਰ ਹੈ। ਸਾਰੇ ਰੌਲਾ ਪੈ ਗਿਆ ਕਿ ਲੱਗਦਾ ਰਾਜਾ ਜ਼ਹਿਰ ਦੇ ਕੇ ਗਿਆ ਹੈ। ਉਹ ਦੱਬਿਆ ਹੋਇਆ ਸੀਗਾ। ਉਹ ਕੀ ਕੀਤਾ, ਉਹ ਗੋਲੀ ਨੇ ਕੱਢ ਕੇ ਤੇ ਉਹ ਖਾ ਲਿਆ। ਜਦੋਂ ਉਸ ਨੂੰ ਖਾਧਾ ਤੇ ਉਹ ਜਵਾਨ ਹੋ ਗਈ, ਉਹਦਾ ਸਰੀਰ ਜਵਾਨ ਹੋ ਗਿਆ। ਤੇ ਉਹਨੂੰ ਬ੍ਰਾਹਮਣ ਨੂੰ ਪਤਾ ਲੱਗਾ, ਜਦੋਂ ਬ੍ਰਾਹਮਣ ਨੂੰ ਪਤਾ ਲੱਗਾ, ਕਹਿੰਦੇ ਇਹ ਫਲ ਕਿੱਥੋਂ ਮਿਲਿਆ ਹੈ। ਕਹਿੰਦੇ ਕਿ ਇੱਦਾਂ ਕਰਕੇ ਜਿਹੜਾ ਤੁਸੀਂ ਦੱਬ ਕੇ ਆਏ ਸੀ ਉਹ ਮੈਂ ਜ਼ਹਿਰ ਕਰਕੇ ਖਾ ਲਿਆ ਕਿ ਮੈਂ ਮਰ ਜਾਨੀ ਹਾਂ। ਤੇ ਇਹ ਨਹੀਂ ਪਤਾ ਲੱਗਾ ਸੀ ਮੈਂ ਜਵਾਨ ਹੋ ਗਈ, ਮੇਰਾ ਸਰੀਰ ਫਿਰ ਉਸੇ ਤਰ੍ਹਾਂ ਹੋ ਗਿਆ ਹੈ। ਕਹਿੰਦੇ ਕਿ ਜਦੋਂ ਉਹਨੂੰ ਬ੍ਰਾਹਮਣ ਨੂੰ ਪਤਾ ਲੱਗਾ, ਮਨ ਦੇ ਵਿੱਚ ਲਾਲਚ ਆਇਆ ਕਿ ਪਤਾ ਸੀ ਉਹਨੂੰ ਰਘੂ ਰਾਜਾ ਬੜਾ ਦਾਨੀ ਹੈ। ਉਹ ਰਘੂ ਰਾਜੇ ਨੂੰ ਲੱਭਣ ਚਲੇ ਗਿਆ ਕਿ ਜਿਹੜਾ ਫਲ ਉਹਨੇ ਅਮਰ ਮੈਨੂੰ ਦਿੱਤਾ ਹੈ ਤਾਂ ਸਹੀ ਫਲ ਸੀਗਾ। ਕਹਿੰਦੇ ਜਾ ਕੇ ਫੇਰ ਮਿਲਿਆ ਕਿ ਮੈਂ ਫਲ ਜਾ ਕੇ ਉਹਦੇ ਕੋਲੋਂ ਲੈ ਕੇ ਆਵਾਂ। ਹੁਣ ਉਹ ਫੇਰ ਰਘੂ ਰਾਜੇ ਕੋਲੇ ਤਪੱਸਿਆ ਕਰ ਰਿਹਾ ਸੀ, ਉੱਥੇ ਪਹੁੰਚਿਆ। ਕਹਿੰਦਾ ਕਿ ਮੈਨੂੰ ਫਲ ਦੇ। ਉਹ ਕਹਿੰਦਾ ਉਹ ਤਾਂ ਮੈਨੂੰ ਆਪਣੇ ਨਾਰਦ ਨੇ ਦਿੱਤਾ ਸੀਗਾ। ਕਹਿੰਦੇ ਚਲੋ ਨਾਰਦ ਕੋਲੇ ਚੱਲਦੇ ਹਾਂ। ਕਹਿੰਦੇ ਨਾਰਦ ਕੋਲੇ ਗਏ। ਨਾਰਦ ਕਹਿੰਦਾ ਮੈਨੂੰ ਸ਼ਿਵ ਜੀ ਨੇ ਦਿੱਤਾ ਸੀਗਾ ਕਿ ਜਾ ਕੇ ਰਘੂ ਰਾਜੇ ਨੂੰ ਦੇਣਾ ਹੈ ਫਲ। ਕਹਿੰਦੇ ਸ਼ਿਵ ਜੀ ਕੋਲੇ ਗਏ। ਸ਼ਿਵ ਜੀ ਕਹਿੰਦਾ ਕਿ ਮੈਂ ਤੇ ਆ ਗੰਗਾ ਦੇ ਵਿੱਚੋਂ ਰੁੜਿਆ ਜਾਂਦਾ ਸੀਗਾ ਤੇ ਉੱਥੋਂ ਮੈਂ ਫੜਿਆ ਸੀਗਾ ਤੇ ਉਹ ਲਿਆ ਕੇ ਦਿੱਤਾ। ਕਹਿੰਦੇ ਜਿੱਧਰ ਫਲ ਜਾਂਦਾ ਹੈ ਕਿੱਧਰੋਂ ਆਇਆ। ਕਹਿੰਦੇ ਉੱਧਰ ਨੂੰ ਤੁਰ ਪਏ ਤਿੰਨੇ ਚਾਰੇ ਜਾਣੇ, ਰਘੂ ਰਾਜਾ ਵੀ ਪੰਡਤ ਵੀ। ਜਾਂਦਿਆਂ ਜਾਂਦਿਆਂ ਵੇਖਿਆ ਕਿ ਇੱਕ ਬੜਾ ਤਗੜਾ ਅਮਰ ਫਲ ਦਾ ਬਾਗ ਹੈ। ਉਹ ਬਾਗ ਦੇ ਅੱਗੇ ਕਹਿੰਦੇ ਕਿ ਉਹ ਫੱਟੀ ਲਿਖ ਕੇ ਲੱਗੀ ਹੋਈ ਹੈ ਕਿ ਆ ਰਘੂ ਰਾਜੇ ਨੇ ਇੱਕ ਅਮਰ ਫਲ ਦਾਨ ਕੀਤਾ ਸੀਗਾ, ਉਹਦੇ ਬਦਲੇ ਇਹਨੂੰ ਪੂਰਾ ਬਾਗ ਮਿਲ ਗਿਆ ਹੈ। ਇਹ ਭਾਵ ਕਿ ਰਘੂ ਰਾਜੇ ਦਾ ਬਾਗ ਹੈ ਅਮਰ ਫਲ ਦਾ। ਕਹਿੰਦੇ ਕਿ ਦੂਸਰਾ ਜਿਹੜਾ ਦਾਨ ਇਹਨੇ ਰਾਜ ਭਾਗ ਕੀਤਾ ਹੈ, ਇਹਦੇ ਬਦਲੇ ਇਹਨੂੰ ਭਾਵ ਕਿ ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ ਦਾ ਰਾਜ ਸਾਰਾ ਹੀ ਇਹਨੂੰ ਦਿੱਤਾ ਜਾਂਦਾ ਹੈ। ਇਸ ਗੱਲ ਦਾ ਪਤਾ ਲੱਗ ਗਿਆ। ਉਹ ਜਿਹੜਾ ਬ੍ਰਾਹਮਣ ਬੜਾ ਹੈਰਾਨ ਹੋਇਆ। ਉਹਨੂੰ ਮਨ ਦੇ ਵਿੱਚ ਹੋਰ ਲਾਲਚ ਆ ਗਿਆ। ਕਹਿੰਦੇ ਕਿ ਉਹਦੀ ਭੁੱਖ ਨਾ ਮੁੱਕੇ। ਉਹ ਕਹਿੰਦਾ ਰਾਜਨ ਤੂੰ ਕੀ ਕਰਨਾ ਹੈ ਅਮਰ ਫਲ ਦਾ ਬਾਗ, ਇਹ ਬਾਗ ਮੈਨੂੰ ਦੇ ਦੇ। ਇਹਦੀ ਗੱਲ ਜਦੋਂ ਬ੍ਰਾਹਮਣ ਨੇ ਕਿਹਾ ਕਿ ਉਹ ਰਘੂ ਰਾਜ ਨੇ ਕਹਿਤਾ ਠੀਕ ਹੈ ਲੈ ਲਾ ਤੂੰ ਬਾਗ, ਮੈਂ ਕੀ ਕਰਨਾ ਹੈ। ਕਹਿੰਦੇ ਜਦੋਂ ਬਾਗ ਦੇਣ ਲੱਗਾ, ਉਧਰੋਂ ਵਿਸ਼ਨੂੰ ਦੀ ਜਿਹੜੀ ਸੁਰਤੀ ਉਖੜ ਗਈ। ਉਹਨੂੰ ਪਤਾ ਲੱਗ ਗਿਆ ਕਿ ਇਹ ਬ੍ਰਾਹਮਣ ਬੜਾ ਲਾਲਚੀ ਹੈ, ਜੇ ਇਹਨੇ ਸਾਰਾ ਬਾਗ ਲੈ ਲਿਆ ਇਹ ਤੇ ਆਪਾਂ ਰਾਜ ਕੀ, ਇਹਨੇ ਤੇ ਸਾਡਾ ਵੀ ਨਹੀਂ ਕੁਛ ਛੱਡਣਾ। ਕਹਿੰਦੇ ਕਿ ਉਹਨੇ ਫਿਰ ਜਦੋਂ ਦਾਨ ਦੇ ਵਿੱਚ ਬਾਗ ਦੇਣ ਦੀ ਗੱਲ ਕੀਤੀ, ਜਦੋਂ ਵਿਸ਼ਨੂੰ ਨੂੰ ਪਤਾ ਲੱਗਾ ਕਿ ਰਘੂ ਰਾਜੇ ਨੇ ਬਾਗ ਸਾਰਾ ਦੇ ਦਿੱਤਾ ਹੈ, ਇੱਕ ਅਮਰ ਫਲ ਦਾਨ ਦੇ ਬਦਲੇ ਸਾਨੂੰ ਸਾਰਾ ਬਾਗ ਦੇਣਾ ਪਿਆ। ਜੇ ਸਾਰਾ ਬਾਗ ਦਾਨ ਕਰ ਦਿੱਤਾ ਤੇ ਅਸੀਂ ਉਹਨੂੰ ਕੀ ਦੇਵਾਂਗੇ ਮੁੜ ਕੇ, ਸਾਡੇ ਕੋਲ ਤਾਂ ਕੁਛ ਵੀ ਨਹੀਂ ਹੈ।
ਕਹਿੰਦੇ ਕਿ ਇਸ ਤਰ੍ਹਾਂ ਸੋਚ ਕੇ ਤੇ ਉਹਨੇ ਜਾ ਕੇ ਵਿਸ਼ਨੂੰ ਨੇ ਆਪਦੇ ਦੂਤ ਭੇਜੇ, ਕਹਿੰਦੇ ਜਾਓ ਉਹਨੂੰ ਖਤਮ ਕਰਕੇ ਆਓ ਬ੍ਰਾਹਮਣ ਨੂੰ, ਉਹਦਾ ਲਾਲਚ ਨਹੀਂ ਖਤਮ ਹੋ ਰਿਹਾ। ਕਹਿੰਦੇ ਕਿ ਜਦੋਂ ਇੱਧਰੋਂ ਬ੍ਰਾਹਮਣ ਜਿਹੜਾ ਹੈ, ਕਿਉਂਕਿ ਕੋਈ ਵੀ ਪੁਰਾਤਨ ਸਮੇਂ ਦੇ ਵਿੱਚ ਕੋਈ ਵਰ ਲੈਂਦੇ ਸੀ ਨਾ, ਪਾਣੀ ਦੀ ਗਵਾਹੀ ਭਰਦੇ ਸਨ, ਪਾਣੀ ਦੀ ਗਵਾਹੀ ਭਰ ਕੇ ਤੇ ਉਹਨੂੰ ਸੁੱਟਣਾ, ਤੇ ਕਹਿੰਦੇ ਕਿ ਉਹਦੀ ਗਵਾਹੀ ਭਰਾ ਕੇ ਤੇ ਫਿਰ ਉਹ ਕਰਦੇ ਸਨ। ਕਹਿੰਦੇ ਜਦੋਂ ਚੁਲੀ ਛਡਾਉਣ ਲੱਗਾ ਬ੍ਰਾਹਮਣ, ਉਧਰੋਂ ਦੂਤ ਆ ਗਏ, ਗੰਗਾ ਦੇ ਕਿਨਾਰੇ ਖਲੋਤੇ ਸਨ, ਉਹਨਾਂ ਧੱਕਾ ਮਾਰ ਕੇ ਉਹਨੂੰ ਸੁੱਟ ਦਿੱਤਾ, ਉਹਦੀ ਮੌਤ ਕਰ ਦਿੱਤੀ। ਤਾਂ ਸਤਿਗੁਰੂ ਜੀ ਕਹਿੰਦੇ ਭਾਵੇਂ ਪੁਰੀਆਂ ਵੀ ਦੇ ਦਈਏ, ਇਹ ਤ੍ਰਿਸ਼ਨਾ ਮਨੁੱਖ ਦੀ ਕਦੇ ਵੀ ਨਹੀਂ ਖਤਮ ਹੁੰਦੀ। ਅੱਜ ਲੱਖ ਹੈ, ਕਹਿਣਾ ਕੱਲ੍ਹ ਨੂੰ ਕਰੋੜ ਚਾਹੀਦਾ, ਕਰੋੜ ਦੇ ਨਾਲ ਵੀ ਤ੍ਰਿਸ਼ਨਾ ਨਹੀਂ ਬੁਝਦੀ। ਅਰਬ ਹੋ ਜਾਵੇ, ਅਰਬਾਂ ਦੇ ਵਿੱਚ ਮਨੁੱਖ ਹੋਰ ਕਹਿੰਦਾ ਕਿ ਹੋਰ ਮੇਰਾ ਕਾਰਜ ਵੱਧ ਜਾਏ, ਕਹਿੰਦੇ ਸਾਰੀ ਉਮਰ ਇਸੇ ਤਰ੍ਹਾਂ ਗਵਾ ਲੈਂਦਾ ਹੈ। ਪੁਰਾਤਨ ਸਮੇਂ ਦੇ ਵਿੱਚ ਜੋ ਤ੍ਰੇਤਾ ਯੁੱਗ ਸੀਗਾ, ਮਨੁੱਖ ਦੀ 10,000 ਸਾਲ ਉਮਰ ਸੀ, 10,000 ਸਾਲ ਵੇਦਾਂ ਗ੍ਰੰਥਾਂ ਦੇ ਵਿੱਚ ਲਿਖਿਆ ਹੈ। ਕਹਿੰਦੇ ਜਦੋਂ ਦੁਆਪਰ ਆਇਆ ਕ੍ਰਿਸ਼ਨ ਦਾ ਵੇਲਾ, ਕਹਿੰਦੇ 1000 ਸਾਲ ਉਮਰ ਰਹਿ ਗਈ। ਕਹਿੰਦੇ ਕਲਯੁੱਗ ਆਇਆ, ਕਹਿੰਦੇ ਇਹਦੇ ਵਿੱਚ 100 ਸਾਲ ਉਮਰ ਰਹਿ ਗਈ, ਮਨੁੱਖ ਦੀ ਉਮਰ ਘਟ ਗਈ ਹੈ। ਕਹਿੰਦੇ ਉਦੋਂ ਉਸ ਸਮੇਂ ਦੇ ਵਿੱਚ ਮਨੁੱਖ ਕੰਮ ਨਹੀਂ ਇੰਨਾ ਕਰਦੇ ਸਨ, ਬੰਦਗੀ ਕਰੀ ਜਾਣੀ, ਬੈਠੇ ਰਹਿਣਾ, ਅੱਗ ਤਪ ਲੈਣੀ, ਪੁੱਠੇ ਲਟਕੇ ਰਹਿਣਾ ਕਿ ਸਾਨੂੰ ਸ਼ਕਤੀਆਂ ਮਿਲਣ, ਕਹਿੰਦੇ ਇਹੋ ਜਿਹੇ ਕਾਰਜ ਕਰਦੇ ਸਨ। ਜਿਵੇਂ ਜਿਵੇਂ ਹੁਣ ਮਨੁੱਖ ਦੀ ਉਮਰ ਘਟ ਗਈ ਹੈ, ਇਹ ਮਾਇਆ ਦੇ ਜਾਲ ਦੇ ਵਿੱਚ ਕਹਿੰਦੇ ਸਤਿਗੁਰੂ ਜੀ ਕਹਿੰਦੇ ਫਸ ਗਿਆ ਹੈ, ਇਹਦੀ ਤ੍ਰਿਸ਼ਨਾ ਨਹੀਂ ਬੁੱਝ ਰਹੀ, ਉਮਰ ਇਹਦੀ ਦਿਨੋਂ ਦਿਨ ਘਟਦੀ ਘਟਦੀ ਖਤਮ ਹੋ ਜਾਂਦੀ ਹੈ। ਜਿਹੜੇ ਮਾਰਗ 'ਤੇ ਇਸ ਨੇ ਤੁਰਨਾ ਹੈ, ਉਹ ਮਾਰਗ ਛੱਡ ਕੇ, ਭਾਵ ਕਿ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਇਹ ਫਸ ਗਿਆ, ਇਹਦੇ ਅੰਦਰ ਸੰਤੋਖ ਨਹੀਂ ਆਉਂਦਾ। ਸੰਤੋਖ ਕਿਸ ਤਰ੍ਹਾਂ ਆਏਗਾ? ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰ, ਤੇਰੇ ਅੰਦਰ ਉਹ ਸੰਤੋਖ ਨਾਮ ਦੇਗਾ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਫਿਰ ਕਹਿੰਦੇ ਸਹਿਸ ਸਿਆਣਪਾ ਲੱਖ ਹੋਏ, ਇੱਕ ਨਾ ਚੱਲੇ ਨਾਲ। ਹੁਣ ਇੱਥੇ ਸਿਆਣਪ ਦੀ ਵੀ ਗੱਲ ਸਤਿਗੁਰੂ ਜੀ ਕਰਦੇ ਨੇ। ਹੁਣ ਇਹ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ ਸਿਆਣਪ ਦੀ, ਕਿਉਂਕਿ ਆਪਣੇ ਕੋਲ ਟਾਈਮ ਆਉਣਾ ਕੀ ਹੁੰਦਾ ਹੈ, 15-20 ਮਿੰਟ ਆਪਾਂ ਲਾਇਆ ਕਰਨੇ ਵਾਲਾ ਆਪਾਂ ਨੂੰ ਸਮਝ ਲੱਗ ਜਾਂਦੀ ਹੈ ਇੱਕ ਇੱਕ ਪੰਕਤੀ ਦੀ। ਨਾਲੇ ਸਤਿਗੁਰੂ ਜੀ ਸਾਡੇ 'ਤੇ ਕਿਰਪਾ ਕਰਨ, ਆਪਾਂ ਕਾਰੇ ਵਿਹਾਰੇ ਵੀ ਕਰਨੇ ਹੁੰਦੇ ਨੇ, ਸਤਿਗੁਰੂ ਜੀ ਕਿਰਪਾ ਕਰਨ। ਬੰਦੀ ਛੋੜ ਦਿਵਸ ਦਾ ਤਿਉਹਾਰ ਆ ਰਿਹਾ, ਆਪਾਂ ਸਾਰਿਆਂ ਨੂੰ ਪਤਾ ਦੀਵਾਲੀ ਦਾ, ਕਿ 6ਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਤੋਂ ਰਾਜੇ ਛਡਾਏ ਸਨ। ਹਰਿਮੰਦਰ ਸਾਹਿਬ ਦੀਵੇ ਜਗਾਏ ਗਏ, ਗੁਰਸਿੱਖਾਂ ਨੇ ਜਗਾਏ, ਬਾਬਾ ਬੁੱਢਾ ਸਾਹਿਬ ਜੀ ਨੇ ਜਗਾਏ। ਬੰਦੀ ਛੋੜ ਦਿਵਸ 24 ਤਰੀਕ ਨੂੰ ਸੋਮਵਾਰ ਨੂੰ ਹੈ, ਅਤੇ ਆਪਾਂ ਇੱਥੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਕਿਰਪਾ ਕਰਨ ਸੁਖਮਨੀ ਸਾਹਿਬ ਦਾ ਜਾਪ ਕਰਾਂਗੇ, ਨਾਲੇ ਚਾਹ ਪਾਣੀ ਦੇ ਲੰਗਰ ਚਲਾਵਾਂਗੇ। ਤੁਸੀਂ ਸੰਗਤਾਂ ਨੇ ਕਿਸੇ ਨੇ ਰਸਦ-ਵਸ ਦਾ ਹਿੱਸਾ ਪਾਉਣਾ ਹੋਵੇ, ਇੱਕ ਦਿਨ ਪਹਿਲਾਂ ਦੇ ਜਾਇਓ, ਚਾਹਾਂ ਦੇ ਵਿੱਚ ਜਾਂ ਦੇਗਾਂ ਦੇ ਵਿੱਚ, ਇਹ ਕਿਰਪਾ ਕਰਿਓ ਜੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।